ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਸੁਖੈਨ ਤਰੀਕੇ ਨਾਲ ਸਮਝਣ ਲਈ ਇਸ ਪਾਵਨ ਬੀੜ ਨੂੰ 3 ਹਿੱਸਿਆਂ ਵਿੱਚ ਵੰਡ ਕੇ ਵੇਖਿਆ ਜਾ ਸਕਦਾ ਹੈ। ਅੰਗ ਨੰਬਰ 1 ਤੋਂ 13 ਤੱਕ ਨਿਤਨੇਮ ਦੀਆਂ ਬਾਣੀਆਂ, ਜਪਜੀ ਸਾਹਿਬ, ਸੋਦਰ ਰਹਿਰਾਸ ਸਾਹਿਬ ਤੇ ਸੋਹਿਲਾ ਸਾਹਿਬ ਦੀ ਬਾਣੀਆਂ ਦਰਜ ਹਨ। ਅੰਗ ਨੰਬਰ 14 ਤੋਂ 1353 ਤੱਕ ਸੰਪੂਰਨ ਰਾਗਬੱਧ ਬਾਣੀ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਹਿੱਸੇ ਨੂੰ 30 ਰਾਗਾਂ ਵਿੱਚ ਵੰਡਿਆ ਤੇ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਵਿੱਤਰ ਰਚਨਾ ਅਤੇ ਉਹਨਾਂ ਦੁਆਰਾ ਹੀ ਰਚਿਤ ਜੈਜਾਵੰਤੀ ਰਾਗ ਦਰਜ ਕਰਕੇ ਰਾਗਾਂ ਦੀ ਗਿਣਤੀ 31 ਕਰ ਦਿੱਤੀ। ਅੰਗ ਨੰਬਰ 1353 ਤੋਂ 1430 ਤੱਕ ਸਲੋਕ ਸਹਸਕ੍ਰਿਤੀ ਮਹੱਲਾ ਪਹਿਲਾ ਤੇ ਪੰਜਵਾਂ, ਗਾਥਾ ਮਹੱਲਾ ਪੰਜਵਾਂ, ਫੁਨਹੇ ਤੇ ਚੌ ਬੋਲੇ ਮਹੱਲਾ ਪੰਜਵਾਂ, ਸਲੋਕ ਭਗਤ ਕਬੀਰ ਜੀਓ ਕੇ ਅਤੇ ਸ਼ੇਖ ਫਰੀਦ ਜੀ ਕੇ, ਸਵਈਏ ਸ੍ਰੀ ਮੁਖਵਾਕ ਪਾਤਸ਼ਾਹੀ ਪੰਜਵੀਂ, ਸਵਈਏ ਭੱਟਾਂ ਦੇ, ਸਲੋਕ ਵਾਰਾ ਤੇ ਵਧੀਕ, ਸਲੋਕ ਮਹੱਲਾ 9ਵਾਂ, ਮੁੰਦਾਵਣੀ ਮਹੱਲਾ ਪੰਜਵਾਂ ਅਤੇ ਰਾਗ ਮਾਲਾ ਦਰਜ ਹਨ। ਤੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਾ ਪਾਵਨ ਦਮਦਮੀ ਬੀੜ ਅੰਦਰ ਕੁੱਲ 1430 ਅੰਗ ਹਨ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਤਿਆਰ ਕਰਵਾਈ ਗਈ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਕੁੱਲ 975 ਅੰਗ ਹਨ ਤੇ ਇਸ ਬੀੜ ਦੇ 541 ਅੰਗ ਉੱਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਸਤਖਤ ਵੀ ਮੌਜੂਦ ਹਨ। ਹੁਣ ਇਹ ਪਾਵਨ ਬੀੜ ਜਲੰਧਰ ਦੇ ਨੇੜੇ ਪਿੰਡ ਕਰਤਾਰਪੁਰ ਵਿਖੇ ਸੁਸ਼ੋਭਿਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਬੱਧ ਬਾਣੀ ਤੋਂ ਬਾਅਦ ਅੰਗ ਨੰਬਰ 1410 ਤੋਂ ਸਲੋਕ ਵਾਰਾ ਤੇ ਵਧੀਕ ਸਿਰਲੇਖ ਹੇਠ 152 ਸਲੋਕ ਦਰਜ ਹਨ। ਵਾਰਾ ਤੇ ਵਧੀਕ ਬਾਣੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਉਹ ਸਲੋਕ ਦਰਜ ਕੀਤੇ ਗਏ ਹਨ ਜੋ ਪਹਿਲੀਆਂ ਦਰਜ ਵਾਰਾਂ ਵਿੱਚ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਸਲੋਕ ਦਰਜ ਕਰਨ ਵੇਲੇ ਵਾਧੂ ਰਹਿ ਗਏ ਸਨ ਤੇ ਇਹਨਾਂ ਵਾਧੂ ਰਹਿ ਗਏ ਸਲੋਕਾਂ ਦੀ ਗਿਣਤੀ 152 ਬਣਦੀ ਹੈ। ਵਾਰਾ ਤੇ ਵਧੀਕ ਬਾਣੀ ਦੇ ਪਹਿਲੇ ਹਿੱਸੇ ਵਿੱਚ 33 ਸਲੋਕ ਹਨ, ਜਿਨ੍ਹਾਂ ਵਿੱਚੋਂ 32 ਸਲੋਕ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਨ ਅਤੇ ਇੱਕ 38 ਨੰਬਰ ਵਾਲਾ ਸਲੋਕ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੁਆਰਾ ਰਚਿਤ ਹੈ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ 27ਵੇਂ ਸਲੋਕ ਦੀ ਵਿਆਖਿਆ ਲੜੀ ਵਜੋਂ ਦਿੱਤਾ ਹੋਇਆ ਹੈ। ਇਸ ਪਾਵਨ ਬਾਣੀ ਦੇ ਦੂਜੇ ਹਿੱਸੇ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੁਆਰਾ ਰਚਿਤ 67 ਸਲੋਕ ਹਨ। ਤੀਜੇ ਹਿੱਸੇ ਵਿੱਚ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 30 ਸਲੋਕ ਹਨ ਅਤੇ ਚੌਥੇ ਤੇ ਅਖੀਰਲੇ ਹਿੱਸੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 22 ਸਲੋਕ ਸ਼ਾਮਲ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ ਗੁਰੂ ਘਰ ਦੇ 4 ਨਿਕਟਵਰਤੀ ਗੁਰਸਿੱਖਾਂ ਦੀ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀਕਾਰਾਂ ਨੂੰ ਰਾਗਾਂ ਦੀ ਤਰਤੀਬ ਅਨੁਸਾਰ ਹਰੇਕ ਰਾਗ ਸ਼ੁਰੂ ਹੋਣ ਤੇ ਹੇਠ ਦਿੱਤੇ ਕ੍ਰਮ ਅਨੁਸਾਰ ਰੱਖਿਆ ਗਿਆ ਹੈ, ਜਿਵੇਂ ਪਹਿਲਾਂ ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਫਿਰ ਭਗਤਾਂ ਦੀ ਤੇ ਗੁਰਸਿੱਖ ਬਾਣੀਕਾਰਾਂ ਦੀ ਬਾਣੀ। ਪੱਟ ਬਾਣੀ ਸਾਰੀ ਹੀ ਅਖੀਰ ਵਿੱਚ 1399 ਤੋਂ 1409 ਅੰਗ ਤੱਕ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ 31 ਰਾਗਾਂ ਵਿੱਚੋਂ ਪਹਿਲਾ ਰਾਗ ਸਿਰੀ ਰਾਗ ਹੈ ਤੇ ਅਖੀਰ ਰਾਗ ਜੈਜਾਵੰਤੀ ਹੈ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਪਹਿਲਾ ਰਾਗ ਸਿਰੀ ਰਾਗ 14 ਅੰਗ ਤੋਂ 93 ਅੰਗ ਤੱਕ, ਦੂਜਾ ਰਾਗ ਮਾਂਝ 94 ਅੰਗ ਤੋਂ 150 ਅੰਗ ਤੱਕ, ਤੀਜਾ ਰਾਗ ਗੌੜੀ 151 ਅੰਗ ਤੋਂ 346 ਅੰਗ ਤੱਕ, ਚੌਥਾ ਰਾਗ ਆਸਾ 347 ਅੰਗ ਤੋਂ 488 ਅੰਗ ਤੱਕ, ਪੰਜਵਾਂ ਰਾਗ ਗੁਜਰੀ 499 ਅੰਗ ਤੋਂ 526 ਅੰਗ ਤੱਕ, ਛੇਵਾਂ ਰਾਗ ਦੇਵ ਗੰਧਾਰੀ 527 ਅੰਗ ਤੋਂ 536 ਅੰਗ ਤੱਕ, ਸੱਤਵਾਂ ਰਾਗ ਬਿਹਾਗੜਾ 537 ਅੰਗ ਤੋਂ 556 ਅੰਗ ਤੱਕ, ਅੱਠਵਾਂ ਰਾਗ ਵਡਹੰਸ 557 ਅੰਗ ਤੋਂ 594 ਅੰਗ ਤੱਕ, ਨੌਵਾਂ ਰਾਗ ਸੋਰਠ 595 ਅੰਗ ਤੋਂ 659 ਅੰਗ ਤੱਕ, ਦਸਵਾਂ ਰਾਗ ਤਨਾਸਰੀ 660 ਅੰਗ ਤੋਂ 695 ਅੰਗ ਤੱਕ, 11ਵਾਂ ਰਾਗ ਜੈਤਸਰੀ 696 ਅੰਗ ਤੋਂ 710 ਅੰਗ ਤੱਕ, 12ਵਾਂ ਰਾਗ ਢੋਡੀ 711 ਅੰਗ ਤੋਂ 718 ਅੰਗ ਤੱਕ, 13ਵਾਂ ਰਾਗ ਬੈਰਾੜੀ 719 ਅੰਗ ਤੋਂ 720 ਅੰਗ ਤੱਕ, 14ਵਾਂ ਰਾਗ ਤਿਲੰਗ 721 ਅੰਗ ਤੋਂ 727 ਅੰਗ ਤੱਕ, 15ਵਾਂ ਰਾਗ ਸੂਹੀ 728 ਅੰਗ ਤੋਂ 794 ਅੰਗ ਤੱਕ, 16ਵਾਂ ਰਾਗ ਬਿਲਾਵਲ 795 ਅੰਗ ਤੋਂ 858 ਅੰਗ ਤੱਕ,
17ਵਾਂ ਰਾਗ ਰਾਗ ਗੋਂਡ 859 ਅੰਕ ਤੋਂ 875 ਅੰਕ ਤੱਕ। 18ਵਾਂ ਰਾਗ ਰਾਗ ਰਾਮਕਲੀ 876 ਅੰਕ ਤੋਂ 974 ਅੰਕ ਤੱਕ। 19ਵਾਂ ਰਾਗ ਰਾਗ ਨਟ ਨਾਰਾਇਣ 975 ਅੰਕ ਤੋਂ 983 ਅੰਕ ਤੱਕ। 20ਵਾਂ ਰਾਗ ਰਾਗ ਮਾਲੀ ਗੌੜਾ 984 ਅੰਕ ਤੋਂ 988 ਅੰਕ ਤੱਕ। 21ਵਾਂ ਰਾਗ ਰਾਗ ਮਾਰੂ 999 ਅੰਕ ਤੋਂ 1106 ਅੰਕ ਤੱਕ। 22ਵਾਂ ਰਾਗ ਰਾਗ ਤੁਖਾਰੀ 1107 ਅੰਕ ਤੋਂ 1117 ਅੰਕ ਤੱਕ। 23ਵਾਂ ਰਾਗ ਰਾਗ ਕਿਦਾਰਾ 1118 ਅੰਕ ਤੋਂ 1124 ਅੰਕ ਤੱਕ। 24ਵਾਂ ਰਾਗ ਰਾਗ ਭੈਰਵ 1125 ਅੰਕ ਤੋਂ 1167 ਅੰਕ ਤੱਕ। 25ਵਾਂ ਰਾਗ ਰਾਗ ਬਸੰਤ 1168 ਅੰਕ ਤੋਂ 1196 ਅੰਕ ਤੱਕ। 26ਵਾਂ ਰਾਗ ਰਾਗ ਸਾਰੰਗ 1197 ਅੰਕ ਤੋਂ 1253 ਅੰਕ ਤੱਕ। 27ਵਾਂ ਰਾਗ ਰਾਗ ਮਲਾਰ 1254 ਅੰਕ ਤੋਂ 1293 ਅੰਕ ਤੱਕ। 28ਵਾਂ ਰਾਗ ਰਾਗ ਕਾਨੜਾ 1294 ਅੰਕ ਤੋਂ 1318 ਅੰਕ ਤੱਕ। 29ਵਾਂ ਰਾਗ ਰਾਗ ਕਲਿਆਣ 1319 ਅੰਕ ਤੋਂ 1326 ਅੰਕ ਤੱਕ। 30ਵਾਂ ਰਾਗ ਰਾਗ ਪ੍ਰਭਾਤੀ 1327 ਅੰਕ ਤੋਂ 1351 ਅੰਕ ਤੱਕ। 31ਵਾਂ ਰਾਗ ਰਾਗ ਜੈਜਾਵੰਤੀ 1352 ਅੰਕ ਤੋਂ 1353 ਅੰਕ ਤੱਕ। ਇਹਨਾਂ ਰਾਗਾਂ ਨੂੰ ਗਾਇਨ ਕਰਨ ਲਈ 17 ਘਰ ਵੀ ਨਿਯੁਕਤ ਕੀਤੇ ਗਏ ਹਨ, ਜਿਸ ਨਾਲ ਰਾਗ ਦੀ ਮੌਲਿਕਤਾ ਹਮੇਸ਼ਾ ਲਈ ਸੰਭਲੀ ਰਹਿ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 6 ਗੁਰੂ ਸਾਹਿਬਾਨਾਂ ਦੀ ਸਮੁੱਚੀ ਬਾਣੀ ਨਾਨਕ ਛਾਪ ਹੇਠ ਦਰਜ ਹੈ। ਗੁਰੂ ਸਾਹਿਬਾਨਾਂ ਦੀ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 974 ਸ਼ਬਦ 19 ਰਾਗਾਂ ਵਿੱਚ ਦਰਜ ਹਨ। ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ 63 ਸਲੋਕ ਦਰਜ ਹਨ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 869 ਸ਼ਬਦ 17 ਰਾਗਾਂ ਵਿੱਚ ਦਰਜ ਹਨ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 638 ਸ਼ਬਦ 30 ਰਾਗਾਂ ਵਿੱਚ ਦਰਜ ਹਨ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 2312 ਸ਼ਬਦ 30 ਰਾਗਾਂ ਵਿੱਚ ਦਰਜ ਹਨ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 59 ਸ਼ਬਦ 15 ਰਾਗਾਂ ਵਿੱਚ ਅਤੇ 57 ਸਲੋਕ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਰਹਿਣ ਵਾਲੇ ਭਿੰਨ-ਭਿੰਨ ਜਾਤੀਆਂ ਦੇ 15 ਭਗਤਾਂ ਦੀ ਬਾਣੀ ਇਸ ਪ੍ਰਕਾਰ ਹੈ। ਭਗਤ ਕਬੀਰ ਜੀ ਕੁੱਲ ਜੋੜ 532 16 ਰਾਗਾਂ ਵਿੱਚ। ਭਗਤ ਫਰੀਦ ਜੀ ਕੁੱਲ ਜੋੜ 116 2 ਰਾਗਾਂ ਵਿੱਚ। ਭਗਤ ਨਾਮਦੇਵ ਜੀ 61 ਸ਼ਬਦ 18 ਰਾਗਾਂ ਵਿੱਚ। ਭਗਤ ਰਵਿਦਾਸ ਜੀ 40 ਸ਼ਬਦ 16 ਰਾਗਾਂ ਵਿੱਚ। ਭਗਤ ਤਿਰਲੋਚਨ ਜੀ 4 ਸ਼ਬਦ 3 ਰਾਗਾਂ ਵਿੱਚ। ਭਗਤ ਬੇਣੀ ਜੀ 3 ਸ਼ਬਦ 3 ਰਾਗਾਂ ਵਿੱਚ। ਭਗਤ ਤੰਨਾ ਜੀ 3 ਸ਼ਬਦ 2 ਰਾਗਾਂ ਵਿੱਚ। ਭਗਤ ਜੈਦੇਵ ਜੀ 2 ਸ਼ਬਦ 2 ਰਾਗਾਂ ਵਿੱਚ। ਭਗਤ ਭੀਖਣ ਜੀ 2 ਸ਼ਬਦ ਸੋਰਠ ਰਾਗ ਵਿੱਚ। ਭਗਤ ਸੈਣ ਜੀ 1 ਸ਼ਬਦ ਧਨਾਸਰੀ ਰਾਗ ਵਿੱਚ। ਭਗਤ ਪੀਪਾ ਜੀ 1 ਸ਼ਬਦ ਧਨਾਸਰੀ ਰਾਗ ਵਿੱਚ। ਭਗਤ ਸਦਨਾ ਜੀ 1 ਸ਼ਬਦ ਬਿਲਾਵਲ ਰਾਗ ਵਿੱਚ। ਭਗਤ ਰਾਮਾਨੰਦ ਜੀ 1 ਸ਼ਬਦ ਬਸੰਤ ਰਾਗ ਵਿੱਚ। ਭਗਤ ਪਰਮਾਨੰਦ ਜੀ 1 ਸ਼ਬਦ ਸਾਰੰਗ ਰਾਗ ਵਿੱਚ। ਅਤੇ ਭਗਤ ਸੂਰਦਾਸ ਜੀ। ਭਗਤ ਸੂਰਦਾਸ ਜੀ ਦੀ ਇੱਕੋ ਪੰਕਤੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 1 ਸ਼ਬਦ ਨਾਲ ਜੁੜ ਕੇ ਰਾਗ ਸਾਰੰਗ ਵਿੱਚ ਦਰਜ ਹੈ। ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਦੀ ਪਛਾਣ ਲਈ ਜਿਸ ਵੀ ਮਹਾਂਪੁਰਖ ਦੀ ਬਾਣੀ ਹੈ, ਉਹਨਾਂ ਦਾ ਨਾਂ ਬਾਣੀ ਦੇ ਨਾਲ ਹੀ ਦਰਜ ਹੈ। ਭੱਟ ਸਾਹਿਬਾਨਾਂ ਦੇ ਕੁੱਲ 123 ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1399 ਤੋਂ 1409 ਤੱਕ ਦਰਜ ਹਨ, ਜਿਨ੍ਹਾਂ ਦਾ ਬਿਊਰਾ ਇਸ ਪ੍ਰਕਾਰ ਹੈ। ਭੱਟ ਕਲ ਸਹਾਰ ਜੀ 54 ਸਵਈਏ। ਭੱਟ ਜਾਲਪ ਜੀ 5 ਸਵਈਏ। ਭੱਟ ਕੀਰਤ ਜੀ 8 ਸਵਈਏ। ਭੱਟ ਪਿੱਖਾ ਜੀ 2 ਸਵਈਏ। ਭੱਟ ਸਲ ਜੀ 3 ਸਵਈਏ। ਭੱਟ ਭੱਲ ਜੀ 1 ਸਵਈਆ। ਭੱਟ ਨਲ ਜੀ 16 ਸਵਈਏ। ਭੱਟ ਗਯੰਦ ਜੀ 13 ਸਵਈਏ। ਭੱਟ ਮਥੁਰਾ ਜੀ 14 ਸਵਈਏ। ਭੱਟ ਬਲ ਜੀ 5 ਸਵਈਏ ਅਤੇ ਭੱਟ ਹਰਬੰਸ ਜੀ 2 ਸਵਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਘਰ ਦੇ 4 ਨਿਕਟਵਰਤੀ ਗੁਰਸਿੱਖਾਂ ਦੀ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ। ਪਹਿਲੇ ਗੁਰਸਿੱਖ ਭਾਈ ਸੁੰਦਰ ਜੀ। ਆਪ ਜੀ ਦੀ ਬਾਣੀ ਸਦ ਰਾਮਕਲੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 923 ਉੱਤੇ ਸੁਸ਼ੋਭਿਤ ਹੈ। ਦੂਜੇ ਗੁਰਸਿੱਖ ਭਾਈ ਮਰਦਾਨਾ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਹਾਗੜੇ ਦੀ ਵਾਰ ਅੰਦਰ ਸਲੋਕ ਮਰਦਾਨਾ ਪਹਿਲਾ ਦੇ ਸਿਰਲੇਖ ਹੇਠ ਆਪ ਜੀ ਦੇ 3 ਸਲੋਕ ਦਰਜ ਹਨ।
ਪਰ ਕਈ ਵਿਦਵਾਨਾਂ ਦਾ ਇਹ ਮਤ ਹੈ ਕਿ ਇਹ ਸਲੋਕ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਭਾਈ ਮਰਦਾਨਾ ਜੀ ਦੇ ਪਰਥਾਏ ਲਿਖੇ ਹਨ। ਤੀਜੇ ਤੇ ਚੌਥੇ ਗੁਰਸਿੱਖ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਆਪ ਜੀ ਦੀ ਬਾਣੀ ਰਾਮਕਲੀ ਕੀ ਵਾਰ ਅੰਦਰ 3 ਪੌੜੀਆਂ ਭਾਈ ਸੱਤਾ ਜੀ ਦੁਆਰਾ ਰਚਿਤ ਹਨ ਅਤੇ 5 ਪੌੜੀਆਂ ਭਾਈ ਬਲਵੰਡ ਜੀ ਦੁਆਰਾ ਰਚਿਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 22 ਵਾਰਾਂ ਦਰਜ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ 3 ਵਾਰਾਂ ਰਾਗ ਮਾਂਝ, ਰਾਗ ਆਸਾ ਤੇ ਰਾਗ ਮਲਾਰ ਵਿੱਚ ਦਰਜ ਹਨ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ 4 ਵਾਰਾਂ ਰਾਗ ਗੁਜਰੀ, ਰਾਗ ਸੂਹੀ, ਰਾਗ ਰਾਮਕਲੀ ਤੇ ਰਾਗ ਮਾਰੂ ਵਿੱਚ ਦਰਜ ਹਨ। ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ 8 ਵਾਰਾਂ ਸਿਰੀ ਰਾਗ, ਰਾਗ ਗੌੜੀ, ਰਾਗ ਬਿਹਾਗੜਾ, ਰਾਗ ਵਡਹੰਸ, ਰਾਗ ਸੋਰਠ, ਰਾਗ ਬਿਲਾਵਲ, ਰਾਗ ਸਾਰੰਗ ਤੇ ਰਾਗ ਕਾਨੜਾ ਵਿੱਚ ਦਰਜ ਹਨ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ 6 ਵਾਰਾਂ ਰਾਗ ਗੌੜੀ, ਰਾਗ ਗੁਜਰੀ, ਰਾਗ ਜੈਤਸਰੀ, ਰਾਗ ਰਾਮਕਲੀ, ਰਾਗ ਮਾਰੂ ਤੇ ਰਾਗ ਬਸੰਤ ਵਿੱਚ ਦਰਜ ਹਨ। ਭਾਈ ਸੱਤਾ ਤੇ ਭਾਈ ਬਲਵੰਡ ਜੀ ਦੀ 1 ਵਾਰ ਰਾਗ ਰਾਮਕਲੀ ਅੰਦਰ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਇੱਕ ਫਿਰਕੇ, ਜਮਾਤ ਜਾਂ ਧਰਮ ਦੀ ਗੱਲ ਨਹੀਂ ਕੀਤੀ ਗਈ, ਸਗੋਂ ਸਾਰੇ ਵਰਗਾਂ, ਧਰਮਾਂ ਅਤੇ ਮਨੁੱਖ ਮਾਤਰ ਲਈ ਸਾਂਝਾ ਉਪਦੇਸ਼ ਹੈ। ਇਸ ਗੱਲ ਦਾ ਇੱਕ ਹੋਰ ਬਹੁਤ ਵੱਡਾ ਪ੍ਰਮਾਣ ਮਿਲਦਾ ਹੈ ਕਿ ਗੁਰੂ ਸਾਹਿਬਾਨ ਜੀ ਨੇ ਮਜ਼ਹਬ ਦਾ ਵਿਤਕਰਾ ਨਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਾਲ ਪੁਰਖ ਦੇ ਕਈ ਅਨੇਕਾਂ ਨਾਂ ਵਰਤੇ ਹਨ, ਜਿਵੇਂ ਏਕ ਓਂਕਾਰ 572 ਵਾਰ, ਮੁਕੰਦ 28 ਵਾਰ, ਮਧੂਸੂਦਨ 9 ਵਾਰ, ਬੀਠਲ 16 ਵਾਰ, ਸਾਰੰਗ ਪਾਣੀ 20 ਵਾਰ, ਨਰਸਿੰਘ 15 ਵਾਰ, ਰਘੂਨਾਥ 8 ਵਾਰ, ਨਰਹਰ 29 ਵਾਰ, ਪਰਮਾਨੰਦ 22 ਵਾਰ, ਬਨਵਾਰੀ 15 ਵਾਰ, ਹਰੀ 8344 ਵਾਰ, ਰਾਮ 2533 ਵਾਰ, ਪ੍ਰਭ 1371 ਵਾਰ, ਗੋਪਾਲ 491 ਵਾਰ, ਗੋਬਿੰਦ 475 ਵਾਰ, ਕਰਤਾ 228 ਵਾਰ, ਠਾਕੁਰ 283 ਵਾਰ, ਦਾਤਾ 151 ਵਾਰ, ਪਰਮੇਸ਼ਰ 139 ਵਾਰ, ਮੁਰਾਰ 97 ਵਾਰ, ਦਮੋਦਰ 15 ਵਾਰ, ਪਰਮਾਤਮਾ 324 ਵਾਰ, ਖੁਦਾ 17 ਵਾਰ, ਨਿਰੰਕਾਰ 29 ਵਾਰ, ਵਾਹਿਗੁਰੂ 13 ਵਾਰ, ਵਾਹਿਗੁਰੂ 3 ਵਾਰ, ਪਾਰ ਬ੍ਰਹਮ 324 ਵਾਰ, ਨਾਰਾਇਣ 85 ਵਾਰ, ਅੰਤਰਜਾਮੀ 31 ਵਾਰ, ਜਗਦੀਸ਼ 60 ਵਾਰ, ਸਤਨਾਮ 59 ਵਾਰ, ਮੋਹਨ 54 ਵਾਰ, ਅੱਲਾਹ 46 ਵਾਰ, ਭਗਵਾਨ 30 ਵਾਰ, ਕ੍ਰਿਸ਼ਨ 22 ਵਾਰ ਅਤੇ ਮਾਧਵ 27 ਵਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਸਮੁੱਚੀ ਬਾਣੀ ਦਾ ਆਸ਼ਾ ਬਹੁਤ ਸਪਸ਼ਟ ਹੈ ਕਿ ਹਰ ਕੋਈ ਸੱਚ ਦੇ ਮਾਰਗ ਤੇ ਚੱਲਦਾ ਹੋਇਆ ਆਪੋ ਆਪਣੇ ਧਰਮ ਦੀ ਪਾਲਣਾ ਕਰੇ ਤੇ ਸਰਬਤ ਦੇ ਭਲੇ ਲਈ ਕਾਰਜਸ਼ੀਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।